ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤਾ ਸਕਸੇਨਾ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਅਤੇ ਟੀਕਾਕਰਨ ਅਭਿਆਨ ਵਾਂਗ ਹੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਦੇਸ਼ ਵਾਸੀਆਂ ਦੀ ਸਮੂਹਿਕ ਸ਼ਕਤੀ ਤੇ ਪ੍ਰਸੰਨਤਾ ਜਤਾਈ। ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਦੂਰਦਰਸ਼ਨ ਤੇ ਸਵਰਾਜ ਲੜੀਵਾਰ ਵੇਖਣ ਅਤੇ ਬੱਚਿਆਂ ਨੂੰ ਦਿਖਾਉਣ ਦੀ ਅਪੀਲ ਕੀਤੀ। ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਅੰਮ੍ਰਿਤ ਸਰੋਵਰ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਕੁਪੋਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ। ਗੁਜਰਾਤ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ ਭੁੱਜ ਵਿਖੇ ਭੁਚਾਲ ਦੀ ਯਾਦਗਾਰ ਸਮ੍ਰਿਤੀ ਵਨ ਰਾਸ਼ਟਰ ਨੂੰ ਸਮਰਪਿਤ ਕੀਤੀ। ਭਾਰਤ ਦੇ ਦੌਰੇ ਤੇ ਆਏ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਨਵੀਂ ਦਿੱਲੀ ਵਿੱਚ ਵਿਦੇਸ਼ ਸਕੱਤਰ ਵਿਨੇ ਮੋਹਨ ਕੁਆਤਰਾ ਨਾਲ ਮੁਲਾਕਾਤ ਕੀਤੀ। ਨੋਇਡਾ ਦੇ ਸੈਕਟਰ 93 ਸਥਿਤ ਸੁਪਰਟੈਕ ਦੇ 40 ਮੰਜ਼ਿਲਾ ਟਵਿਨ ਟਾਵਰ ਨੂੰ ਵਿਸਫੋਟਕਾਂ ਦੀ ਮਦਦ ਨਾਲ ਜ਼ਮੀਂਦੋਜ਼ ਕੀਤਾ ਗਿਆ। ਪੰਜਾਬ ਸਮੇਤ ਦੇਸ਼ ਵਿਦੇਸ਼ਾਂ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਪੂਰੀ ਧਾਰਮਿਕ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਐਸਜੀਪੀਸੀ ਵੱਲੋਂ ਅੰਮ੍ਰਿਤਸਰ ਸਥਿਤ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੱਕ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਪੁਰਬ ਦਿਵਸ ਮੌਕੇ ਵਧਾਈ ਦਿੰਦਿਆਂ ਸਮੁੱਚੀ ਲੋਕਾਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਰਾਹਾਂ ਤੇ ਚੱਲਣ ਦੀ ਅਪੀਲ ਕੀਤੀ। ਏਸ਼ੀਆ ਕੱਪ ਵਿੱਚ ਅੱਜ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਦਿਲਚਸਪ ਮੁਕਾਬਲਾ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਮ੍ਰਿਤ ਮਹੋਤਸਵ ਅਤੇ ਸੁਤੰਤਰਤਾ ਦਿਵਸ ਦੇ ਮੌਕੇ ਅਸੀਂ ਦੇਸ਼ ਦੀ ਸਮੂਹਿਕ ਸ਼ਕਤੀ ਦੇਖੀਏ। ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਨਾਗਰਿਕਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਨਾ ਵੱਡਾ ਦੇਸ਼ ਅਤੇ ਇੰਨੀਆਂ ਭਿੰਨਤਾਵਾਂ ਦੇ ਬਾਵਜੂਦ ਤਿਰੰਗਾ ਲਹਿਰਾਉਣ ਲਈ ਹਰ ਕੋਈ ਇੱਕ ਹੀ ਭਾਵਨਾ ਵਿੱਚ ਵਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਵੱਛਤਾ ਅਤੇ ਟੀਕਾਕਰਨ ਅਭਿਆਨ ਵਿੱਚ ਵੀ ਦੇਸ਼ ਦੀ ਇਸ ਭਾਵਨਾ ਨੂੰ ਵੇਖਿਆ ਹੈ। इसी तरह इंदौर में लोगों ने ह्यूमन चेन के जरिए भारत का नक्शा बनाया। चंडीगढ़ में युवाओं ने विशाल ह्यूमन तिरंगा बनाया। ये दोनों ही प्रयास ग्रीनिच रिकॉर्ड में भी दर्ज किए गए हैं। इस सब के बीच हिमाचल प्रदेश की गंगोट पंचायत से एक बड़ा प्रेरणादायी उदाहरण भी देखने को मिला। यहाँ पंचायत में स्वतंत्रता दिवस के कार्यक्रम में प्रवासी मजदूरों के बच्चों को मुख्य अतिथि के रूप में शामिल किया गया। साथियों, अमृत महोत्सव के ये रंग केवल भारत में ही नहीं बल्कि दुनिया के दूसरे देशों में भी देखने को मिले। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ ਦੇ ਇਹ ਰੰਗ ਕੇਵਲ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਹੇ ਨੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਦੂਰਦਰਸ਼ਨ ਵੱਲੋਂ ਸ਼ੁਰੂ ਕੀਤੇ ਗਏ ਲੜੀਵਾਰ ਸਵਰਾਜ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਸਮਾਂ ਕੱਢ ਕੇ ਮਾਪਿਆਂ ਨੂੰ ਇਹ ਲੜੀਵਾਰ ਖੁਦ ਦੇਖਣ ਤੇ ਬੱਚਿਆਂ ਨੂੰ ਦਿਖਾਉਣ ਦੀ ਅਪੀਲ ਕੀਤੀ। आजादी के आंदोलन में हिस्सा लेने वाले अनसुने नायक नायिकाओं के प्रयासों से देश की युवा पीढ़ी को परिचित कराने की एक बेहतरीन पहल है। दूरदर्शन पर हर रविवार रात 9 बजे इसका प्रसारण होता है और मुझे बताया गया कि 75 सप्ताह तक चलने वाला है। मेरा आग्रह है कि आप समय निकालकर इसे खुद भी देखें और अपने घर के बच्चों को भी जरूर दिखाएं। और स्कूल कॉलेज के लोग तो ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਅੰਮ੍ਰਿਤ ਸਰੋਵਰ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਲ ਸੰਭਾਲ ਦੇ ਯਤਨਾਂ ਵਿੱਚ ਯੋਗਦਾਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ ਕੇਵਲ ਪਸ਼ੂਆਂ ਦੀ ਪਿਆਸ ਬੁਝਾਉਣ ਅਤੇ ਖੇਤੀ ਲਈ ਹੀ ਲਾਹੇਵੰਦ ਸਾਬਿਤ ਨਹੀਂ ਹੋ ਰਿਹਾ ਬਲਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਵੀ ਮਦਦ ਕਰ ਰਿਹਾ ਹੈ। मैंने अमृत सरोवर की बात की थी। उसके बाद अलग अलग जिलों में स्थानीय प्रशासन जुटा, स्वयंसेवी संस्थाएं जुटी और स्थानीय लोग जुटे। देखते ही देखते अमृत सरोवर का निर्माण एक जन आंदोलन बन गया है। जब देश के लिए कुछ करने की भावना हो,
अपने कर्तव्यों का एहसास हो, आने वाली पीढ़ियों की चिंता हो, तो सामर्थ्य भी जुड़ता है और संकल्प नेक बन जाता है। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਤੋਂ 30 ਦਸੰਬਰ ਦਰਮਿਆਨ ਪੋਸ਼ਣ ਮਹੀਨੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਪੋਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਹੁਣ ਤੱਕ ਕੀਤੇ ਗਏ ਯਤਨ ਨਾਕਾਫੀ ਨੇ ਅਤੇ ਹੋਰ ਕਈ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਸਾਰਿਆਂ ਨੂੰ ਪੋਸ਼ਣ ਮਹੀਨੇ ਦੌਰਾਨ ਕੁਪੋਸ਼ਣ ਨੂੰ ਦੂਰ ਕਰਨ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। लड़ाई प्रोजेक्ट संपूर्णा, इस प्रोजेक्ट का मकसद है कुपोषण के खिलाफ लड़ाई और इस लड़ाई का तरीका भी बहुत यूनिक है। इसके तहत किसी आंगनवाड़ी केंद्र के एक स्वस्थ बच्चे की मां एक कुपोषित बच्चे की मां से हर सप्ताह मिलती है और पोषण से संबंधित सारी जानकारियों पर चर्चा करती है। इस प्रोजेक्ट की मदद से इस क्षेत्र में एक साल में 90% से ज्यादा बच्चों में कुपोषण दूर हुआ है। ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਦੀ ਮਹੱਤਤਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਖੁਸ਼ੀ ਜਤਾਈ ਕਿ ਸਾਲ 2023 ਨੂੰ ਮੋਟੇ ਅਨਾਜ ਦੇ ਕੌਮਾਂਤਰੀ ਵਰ੍ਹੇ ਵਜੋਂ ਐਲਾਨੇ ਜਾਣ ਲਈ 70 ਤੋਂ ਵੱਧ ਦੇਸ਼ਾਂ ਨੇ ਭਾਰਤ ਦੇ ਮਤੇ ਦਾ ਸਮਰਥਨ ਕੀਤਾ। आपको याद होगा कि यूनाइटेड नेशंस ने एक प्रस्ताव पारित कर वर्ष 2023 को इंटरनेशनल ईयर ऑफ मिलेट्स घोषित किया है। आपको ये जानकर भी बहुत खुशी होगी कि भारत के इस प्रस्ताव को 70 से ज्यादा देशों का समर्थन मिला था। ਪ੍ਰਧਾਨ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਤਿਉਹਾਰਾਂ ਦਾ ਜ਼ਿਕਰ ਕਰਦਿਆਂ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 29 ਅਗਸਤ ਨੂੰ ਮੇਜਰ ਧਿਆਨ ਚੰਦ ਦੀ ਜਨਮ ਵਰ੍ਹੇਗੰਢ ਮੌਕੇ ਕੌਮੀ ਖੇਡ ਦਿਵਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਨੌਜਵਾਨ ਖਿਡਾਰੀ ਆਲਮੀ ਮੰਚਾਂ ਤੇ ਸਾਡੇ ਤਿਰੰਗੇ ਦੀ ਸ਼ਾਨ ਨੂੰ ਵਧਾਉਂਦੇ ਰਹਿਣ ਅਤੇ ਇਹੋ ਧਿਆਨ ਚੰਦ ਜੀ ਨੂੰ ਸਾਡੀ ਸ਼ਰਧਾਂਜਲੀ ਹੋਵੇਗੀ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਨੇ ਜੋ ਦੇਸ਼ ਦਾ ਮਾਣ ਵਧਾਉਂਦੇ ਰਹਿਣ। 29 अगस्त को मेजर ध्यानचंद जी की जन्म जयंती पर राष्ट्रीय खेल दिवस भी मनाया जाएगा। हमारे युवा खिलाड़ी वैश्विक मंचों पर हमारे तिरंगे की शान बढ़ाते रहें, यही हमारी ध्यानचंद जी के प्रति श्रद्धांजलि होगी। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਅੱਜ ਭੁਜ ਵਿਖੇ ਸਮ੍ਰਿਤੀ ਵਨ ਨਾਮੇ ਭੂਚਾਲ ਦੀ ਯਾਦਗਾਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸਮ੍ਰਿਤੀ ਵਨ ਇੱਕ ਵਿਲੱਖਣ ਮੈਮੋਰੀਅਲ ਹੈ ਜਿਸ ਵਿੱਚ 12,000 ਤੋਂ ਵੱਧ ਅਜਿਹੇ ਲੋਕਾਂ ਦੇ ਨਾਮ ਅੰਕਿਤ ਕੀਤੇ ਗਏ ਨੇ ਜੋ ਜਨਵਰੀ 2001 ਵਿੱਚ ਆਏ ਜ਼ਬਰਦਸਤ ਭੂਚਾਲ ਵਿੱਚ ਮਾਰੇ ਗਏ ਸਨ। ਇਹ ਨਿਵੇਕਲਾ ਮੈਮੋਰੀਅਲ ਪੁਜੀਓ ਪਹਾੜੀ ਦੇ ਸਿਖਰ ਤੇ ਉਸਾਰਿਆ ਗਿਆ ਹੈ ਜੋ 470 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਥਾਂ ਤੇ ਸਥਾਪਿਤ ਕੀਤੇ ਗਏ ਭੂਚਾਲ ਸਿਮੂਲੇਟਰ ਵਿੱਚ ਭੂਚਾਲ ਦੇ ਝਟਕਿਆਂ ਦਾ ਅਸਲ ਅਹਿਸਾਸ ਹੁੰਦਾ ਹੈ। ਪ੍ਰਧਾਨ ਮੰਤਰੀ ਦੇ ਅੱਜ ਦੇ ਇਸ ਸਮਾਗਮ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ CR ਪਾਟਿਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੇ ਰੂਪ ਵਿੱਚ ਭੁਜ ਪੁੱਜਣ ਤੇ ਨਾਗਰਿਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਅੱਜ ਕੱਛ ਵਿੱਚ ਅਨੇਕਾਂ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਜਾਂ ਨੀਂਹ ਪੱਥਰ ਰੱਖੇ ਗਏ। ਨਰਿੰਦਰ ਮੋਦੀ ਨੇ ਗਾਂਧੀ ਨਗਰ ਦੇ ਮਹਾਤਮਾ ਮੰਦਰ ਵਿੱਚ ਮਾਰੂਤੀ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਸੰਬੰਧੀ ਕਰਵਾਏ ਗਏ ਇੱਕ ਸਮਾਗਮ ਦੀ ਪ੍ਰਧਾਨਗੀ ਕੀਤੀ। ਭਾਰਤ ਦੇ ਦੌਰੇ ਤੇ ਆਏ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਅੱਜ ਨਵੀਂ ਦਿੱਲੀ ਵਿੱਚ ਵਿਦੇਸ਼ ਸਕੱਤਰ ਵਿਨੇ ਮੋਹਨ ਕੁਆਤਰਾ ਨਾਲ ਮੁਲਾਕਾਤ ਕੀਤੀ। ਕੁਆਤਰਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਇਜਲਾਸ ਵਿੱਚ ਦੂਰਦਰਸ਼ੀ ਅਗਵਾਈ ਲਈ ਅਬਦੁੱਲਾ ਸ਼ਾਹਿਦ ਨੂੰ ਵਧਾਈ ਦਿੱਤੀ। ਦੋਵੇਂ ਨੇਤਾਵਾਂ ਨੇ ਮਾਲਦੀਵ ਨਾਲ ਭਾਰਤ ਦੇ ਮਜ਼ਬੂਤ ਦੁਵੱਲੇ ਸੰਬੰਧਾਂ ਨੂੰ ਹੋਰ ਗੂੜ੍ਹੇ ਕਰਨ ਤੇ ਵੀ ਚਰਚਾ ਕੀਤੀ। ਅਬਦੁੱਲਾ ਸ਼ਾਹਿਦ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕਰਨਗੇ ਜਿਸ ਦੌਰਾਨ ਉਨ੍ਹਾਂ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੱਖ-ਵੱਖ ਮੁੱਦਿਆਂ ਅਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਭੂਮਿਕਾ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਦੇ ਰੂਪ ਦੇ ਵਿੱਚ ਅਬਦੁੱਲਾ ਸ਼ਾਹਿਦ ਨੇ ਪਿਛਲੇ ਸਾਲ ਜੁਲਾਈ ਮਹੀਨੇ ਭਾਰਤ ਦੀ ਯਾਤਰਾ ਕੀਤੀ ਸੀ। ਯਾਤਰਾ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾਕਟਰ ਸੁਬਰਾਮਨਿਅਮ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ, ਗੱਲਬਾਤ ਕੀਤੀ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਸ਼ਾਹਿਦ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ।
उत्तर प्रदेश के गौतम बुद्ध नगर जिले में नोएडा के सैक्टर 93 ए विच स्थित सुपरटैक के 40 मंजिला ट्विन टावर ਨੂੰ ਅੱਜ ਬਾਅਦ ਦੁਪਹਿਰ 2:30 ਵਜੇ ਜ਼ਮੀਂਦੋਜ਼ ਕਰ ਦਿੱਤਾ ਗਿਆ। ट्विन टावर ਨੂੰ ਵਿਸਫੋਟਕਾਂ ਦੀ ਮਦਦ ਨਾਲ ਟਾਊਨ ਵਿੱਚ 12 ਸੈਕਿੰਡ ਦਾ ਸਮਾਂ ਲੱਗਾ ਤੇ ਇਸ ਨਾਲ ਕੋਈ 80,000 ਟਨ ਮਲਬਾ ਪੈਦਾ ਹੋਇਆ, ਜਿਸ ਨੂੰ 3 ਮਹੀਨਿਆਂ ਦੇ ਤੈਅ ਸਮੇਂ ਵਿੱਚ ਹਟਾਇਆ ਜਾਵੇਗਾ। सुप्रीम कोर्ट के हुक्मां की पालना करदियां यह कार्रवाई की गई है। गौतम बुद्ध नगर जिला प्रशासन ने ट्विन टावर गिराउण तो पहला सारियां तैयारियां कीतियां सन। ट्विन टावर के नेड़े एमराल्ड कोर्ट और एटीएस विलेज सोसायटी के कोई 5,000 निवासियों को दूजियां थावां ते भेज दिता गया सी। ट्विन टावर खेतर विच कोई 500 पुलिस और ट्रैफिक कर्मियों को तैनात किया गया सी। टावर डिगन की कार्रवाई दौरान नोएडा ग्रेटर नोएडा एक्सप्रैस वे बंद कर दिए गए। इस दौरान सुपरटैक ट्विन टावर के आले दुआले का एक नॉटिकल मील का हवाई खेतर उड़ाना लई बंद रहा। सर्वोच्च अदालत ने शुक्रवार को ट्विन टावर में घर खरीदण वालियां नूं भरोसा दिता सी कि बिल्डर कोल जमा उन्हां दी पूरी राशि वापस करवाई जाएगी। इस तो पहला सुप्रीम कोर्ट ने कहा सी कि बिल्डर ने नोएडा अथॉरिटी नाल मेरी भुगत करके ट्विन टावर के निर्माण में नियमां की उलंघना की। प्रधानमंत्री नरेंद्र मोदी ने श्री गुरु ग्रंथ साहिब जी के प्रकाश पुरब दिवस से सिख भाईचारे को खास तौर पर बधाई दी है। पंजाबी विच किते अपने ट्वीट में उन्होंने लिखा, सिख कौम ते समुची लोकाई नूं श्री गुरु ग्रंथ साहिब जी के पहले प्रकाश पुरब दियां लख लख बधाइयां। श्री गुरु ग्रंथ साहिब जी दियां सिक्ख्यावां सानू एक चंगा इंसान ते दूजियां दा हमदर्द बनना सिखाउंदियां ने, जो साडे जीवन पद्धर नूं उच्चा चुकण विच सहायक हुंदियां ने। उन्होंने अपने ट्वीट में अगे लिखा, इस पावन दिहाड़े मौके आओ गुरु ग्रंथ साहिब जी दे दसे राह ते चलिए ते अपनी जिंदगी सफल बनाइए। श्री गुरु ग्रंथ साहिब जी का पहला प्रकाश पुरब श्रोमणी गुरुद्वारा प्रबंधक कमेटी वालों पूरी धार्मिक श्रद्धा ते सत्कार नाल मनाया गया। इस मौके गुरुद्वारा श्री रामसर साहिब तो सचखंड श्री हरिमंदर साहिब तक परंपरा अनुसार नगर कीर्तन सजाया गया। नगर कीर्तन की आरंभता तो पहला श्री अखंड पाठ साहिब के भोग पाए गए ते हजूरी रागी जथिया ने गुरबाणी कीर्तन किया। नगर कीर्तन की अगवाई पंज प्यारे कर रहे सन और नगर कीर्तन समय सिख नौजवानों ने गतका प्रदर्शन भी किया। यह नगर कीर्तन लगभग 1 घंटे में श्री हरमंदर साहिब विखे पुज के संपन्न होया। श्रोमणी गुरुद्वारा प्रबंधक कमेटी के प्रधान हरजिंदर सिंह धामी समेत कमेटी के अनेक मैंबरां, पंथक हस्तियां, श्रोमणी कमेटी के अधिकारियों ते वड्डी गिणती में संगतां ने नगर कीर्तन में शमूलियत की। पंजाब में स्वाइन फ्लू के केस सामने आने तो बाद ਵੱਖ-ਵੱਖ जिला प्रशासनों वालों चौकसी वरती जा रही है। इस संबंध में लोगों को एडवाइजरी जारी की गई है। मोहाली जिले में भी कोविड तो बाद हुण स्वाइन फ्लू ने पैर पसारे ने। प्रसार भारती के नुमाइंदे अनुसार मोहाली में स्वाइन फ्लू के 2 मरीज सेहतियाब हो चुके हैं, जबकि 4 होर मरीज ਵੱਖ-ਵੱਖ थाई जेरे इलाज ने। जिले की सिविल सर्जन आदर्शपाल कौर ने साडे नुमाइंदे नूं दस्सिया कि 61 वरियां दा मुल्लापुर निवासी बजुर्ग तो इलावा मोहाली के 7 फेज में रहने वाली एक महिला का इलाज चल रहा है। इसी तरह जीरकपुर के बलटाना का एक मरीज इलाज अधीन है। एक होर मरीज मोहाली के फोर्टिस हस्पताल में वेंटीलेटर ते। सिविल सर्जन ने कहा कि स्वाइन फ्लू के वाधे केसां के मद्देनज़र मास्क पहनना ही एक बचाव का तरीका है। स्वाइन फ्लू मुख्य तौर पर फ्लू वायरस के H1N1 स्ट्रेन नाल हुंदा है। स्वाइन फ्लू होने नाल मरीज नूं मौसमी फ्लू की तरह ही बुखार हुंदा है, जिस दौरान कंबनी भी छिड़ सकती है। इस तो इलावा खांसी, गला खराब, नक का वगना जां नक बंद होना, अखां तो पानी आउणा ते अखां दे विच लाली, शरीर दे विच दर्द रहना, सिर दर्द, थकावट, दस्त ते उल्टियां भी स्वाइन फ्लू का कारण हो सकदियां ने। फिलहाल जो स्थिति है स्वाइन फ्लू की अंडर कंट्रोल ही है। फ्लू लई अलर्ट जारी हो चुके हैं। ਉਹਦੇ ਲਈ हर हस्पताल ਵਿੱਚ ਅਸੀਂ एक फ्लू कॉर्नर बनाया है। ਇਹਦਾ ਪਰਪਸ ਇਹ ਹੈ ਕਿ ਉਹ ਜੋ ਫਲੂ ਲਾਈਕ ਸਿੰਪਟਮ ਹੈ ਅਸੀਂ ਉਹਨਾਂ ਨੂੰ ਸਸਪੈਕਟਡ ਕੇਸ ਕਹਿੰਦੇ ਹਾਂ। ਡਾਇਗਨੋਸਿਸ ਤਾਂ ਨਹੀਂ ਸਵਾਈਨ ਫਲੂ ਬਣਿਆ ਹੁੰਦਾ, ਪਰ ਕਿਉਂਕਿ ਸਿੰਪਟਮ ਸੇਮ ਹੈ ਤਾਂ ਸਸਪੈਕਟਡ ਕੇਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਤਾਂ ਕਿ ਉਹ ਬਾਕੀ ਲੋਕਾਂ ਤੇ ਪੇਸ਼ੈਂਟਸਾਂ ਵਿੱਚ ਨਾ ਰਲ ਮਿਲਣ, ਤਾਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। एशिया कप विच अज भारत ते पाकिस्तान दियां क्रिकेट टीमां आमो सामने होणगियां। देश विदेशों में बैठे भारतीय क्रिकेट प्रेमियों दी नज़रां इस मैच ते लगियां होईयां ने। उंज भी रवायती विरोधी भारत
ਅਤੇ ਪਾਕਿਸਤਾਨ ਦੇ ਮੈਚਾਂ ਵਿੱਚ ਲੋਕਾਂ ਦੀ ਖਾਸ ਦਿਲਚਸਪੀ ਹੁੰਦੀ ਹੈ। ਇਹ ਮਹੱਤਵਪੂਰਨ ਮੈਚ ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮ 7:30 ਵਜੇ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਏਸ਼ੀਆ ਕੱਪ ਵਿੱਚ ਹੁਣ ਤੱਕ ਦੇ ਰਿਕਾਰਡ ਮੁਤਾਬਕ ਭਾਰਤ ਪਾਕਿਸਤਾਨ ਨਾਲੋਂ ਬਿਹਤਰ ਸਥਿਤੀ ਵਿੱਚ ਹੈ। ਭਾਰਤ ਨੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ 8 ਮੈਚ ਜਿੱਤੇ ਅਤੇ 5 ਹਾਰੇ। 2010 ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਵਿਚਾਲੇ 6 ਮੈਚ ਖੇਡੇ ਗਏ, ਜਿਨ੍ਹਾਂ ਵਿੱਚੋਂ 5 ਮੈਚਾਂ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ। ਏਸ਼ੀਆ ਕੱਪ ਵਿੱਚ ਕੱਲ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਮੁਕਾਬਲਾ ਹੋਇਆ। ਇਸ ਮੈਚ ਵਿੱਚ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।